सत श्री अकाल जी सारिਆਂ ਨੂੰ। स्वागत है ਤੁਹਾਡਾ ਅੱਜ ਦੀ ਪੰਜਾਬੀ ਦੀ ਕਲਾਸ ਦੇ ਵਿੱਚ। ਅੱਜ ਅਸੀਂ ਕਰਾਂਗੇ ਜਮਾਤ 12ਵੀਂ ਦਾ ਵਿਸ਼ਾ ਇਲੈਕਟਿਵ ਪੰਜਾਬੀ, ਜਿਸ ਵਿੱਚ ਅੱਜ ਅਸੀਂ ਕਰਾਂਗੇ ਸੂਫੀ ਕਵੀ ਖਵਾਜਾ ਗੁਲਾਮ ਫਰੀਦ ਜੀ ਦੀ ਜੀਵਨ ਰਚਨਾ ਤੇ ਕਾਵਿ ਕਲਾ ਬਾਰੇ, ਉਹਨਾਂ ਬਾਰੇ ਅਸੀਂ ਪੜਾਂਗੇ। ਪਹਿਲਾਂ ਅਸੀਂ ਇਹਨਾਂ ਦੁਆਰਾ ਲਿਖੀਆਂ ਗਈਆਂ ਕਵਿਤਾਵਾਂ ਪੜ੍ਹੀਆਂ ਸੀ। ਅੱਜ ਅਸੀਂ ਉਹਨਾਂ ਦੇ ਜੀਵਨ ਰਚਨਾ ਤੇ ਕਾਵਿ ਕਲਾ ਬਾਰੇ ਪੜਾਂਗੇ ਤੇ ਜੋ ਉਹਨਾਂ ਦੀ ਦੇਣ ਹੈ सूफी काव्य दे विच उस बारे असी पढ़ांगे। जो जरूरी गल्लां ने पहला वो असी पढ़ांगे कि जो खवाजा गुलाम फरीद जी सी, ये जो ने 19वीं सदी के एक मशहूर ते महत्वपूर्ण कवि होए ने, जिन्हां दा जन्म 1841 ईस्वी नूं पिंड चाचड़ा शरीफा रियासत बहावलपुर विच मौलाना खुदा बख्श दे घर होया। उन्हां दे पिता दा की नाम सी? खुदा बख्श। ਤੇ ਉਹਨਾਂ ਦਾ ਜਨਮ 1841। ਇਹ ਚੀਜ਼ਾਂ ਨੇ ਜੋ ਯਾਦ ਰੱਖਣੀਆਂ ਬਹੁਤ ਹੀ ਜ਼ਰੂਰੀ ਨੇ। ਤੇ ਇਸ ਤੋਂ ਅਗਲੀ ਗੱਲ ਜ਼ਰੂਰੀ ਜੋ ਹੈ, ਉਹਨਾਂ ਦਾ ਪਹਿਲਾ ਨਾਮ ਕੀ ਸੀ? ਖਵਾਜਾ ਗੁਲਾਮ ਫਰੀਦ ਜੀ ਦਾ ਪਹਿਲਾ ਨਾਮ ਕੀ ਸੀ? ਖੁਰਸ਼ੀਦ ਆਲਮ। ਉਹਨਾਂ ਦਾ ਪਹਿਲਾ ਨਾਮ ਕੀ ਸੀ? ਖੁਰਸ਼ੀਦ ਆਲਮ। ਅੱਗੇ ਜ਼ਰੂਰੀ ਜੋ ਗੱਲ ਹੈ, ਉਹ ਅਰਬੀ, ਫਾਰਸੀ, ਉਰਦੂ, ਹਿੰਦੀ ਤੇ ਮਾਰਵਾੜੀ ਦੇ ਵਿਦਵਾਨ ਸੀ। ਉਹ ਕਿਹੜੀਆਂ ਭਾਸ਼ਾਵਾਂ ਜਾਣਦੇ ਸੀ? अरबी, फारसी, उर्दू, हिंदी ते मारवाड़ी। अगली गल है, उन्होंने 272 काफियां रचियां। उन्होंने 272 काफियां की रचना की ते 1901 विच ओह चलाना कर गए। 1901 दे विच ओह चलाना कर गए सी। अगे आपां उन्हां दे जीवन रचना ते काव्य कला बारे विस्तार नाल पढ़ांगे। खवाजा गुलाम फरीद 19वीं सदी का महत्वपूर्ण कवि होया है। उसका जन्म 1841 ਨੂੰ ਪਿੰਡ ਚਾਚੜਾ ਸ਼ਰੀਫਾਂ ਰਿਆਸਤ ਬਹਾਵਲਪੁਰ ਵਿੱਚ ਮੌਲਾਨਾ ਖੁਦਾ ਬਖਸ਼ ਦੇ ਘਰ ਹੋਇਆ। ਉਸਦੇ ਵੱਡੇ ਵਡੇਰੇ ਜਹਾਂਗੀਰ ਬਾਦਸ਼ਾਹ ਦੇ ਸਮੇਂ ਠੱਠਾ ਸਿੰਧ ਤੋਂ ਮੰਗਲੋਟ ਮੁਲਤਾਨ ਆ ਵਸੇ। ਫਿਰ ਉਸ ਦਾ ਪਿਤਾ ਨਵਾਬ ਬਹਾਵਲਪੁਰ ਦੇ ਸੱਦੇ ਤੇ ਸਿੰਧ ਨਦੀ ਤੇ ਪੂਰਬੀ ਕੰਢੇ ਤੇ ਚਾਚੜਾ ਵਿੱਚ ਵਸ ਗਏ। 1900 ਵਿੱਚ ਉਹ ਚਲਾਣਾ ਕਰ ਗਿਆ ਸੀ। ਜਿਵੇਂ ਮੈਂ ਤੁਹਾਨੂੰ ਦੱਸਿਆ, ਗੁਲਾਮ ਫਰੀਦ ਦਾ ਪਹਿਲਾ ਨਾਮ ਕੀ ਸੀ? ਖੁਰਸ਼ੀਦ ਆਲਮ। ਉਹਨਾਂ ਦਾ ਪਹਿਲਾ ਨਾਮ ਖੁਰਸ਼ੀਦ ਆਲਮ ਸੀ। ਉਹ ਅਰਬੀ, ਫਾਰਸੀ, ਉਰਦੂ, ਹਿੰਦੀ ਤੇ ਮਾਰਵਾੜੀ ਦਾ ਵਿਦਵਾਨ ਸੀ। ਪੰਜਾਬੀ ਵਿੱਚ ਲਿਖੀਆਂ ਉਸ ਦਾ ਦੀਵਾਨ ਬੜਾ ਪ੍ਰਸਿੱਧ ਹੈ। ਪੰਜਾਬੀ ਵਿੱਚ ਲਿਖਿਆ ਉਸ ਦਾ ਦੀਵਾਨ ਬੜਾ ਹੀ ਪ੍ਰਸਿੱਧ ਹੈ। ਉਹ 272 ਕਾਫੀਆਂ ਹਨ, ਜਿਸ ਵਿੱਚ ਛੋਟੇ ਛੋਟੇ ਬਹਿਰਾਂ ਨੂੰ सफलता सहित वरत्या गया है। गुलाम फरीद की कविता ਨੂੰ ਪੜ੍ਹਨ ਤੋਂ पता लगता है कि उसनों जो प्रसिद्धि प्राप्त हुई है वो उसकी काव्य कला करके ही नहीं, सगों उसकी अध्यात्मिक सुहिरदता करके प्राप्त हुई है। इतों की पता लगता है कि वह एक अध्यात्मिक व्यक्ति सी। उसकी कविता भावें रहस्यमय कोमल भावां नूं चित्रदी है, परंतु काव्य गुणां दे पक्षों उस विच शाब्दिक चतुराइयां ते अनुप्रास अलंकारां दी भी भरमार है, जो कि कला पतन दी सूचक है। 19वीं सदी के काव्य का यह लक्षण केवल गुलाम फरीद का ही नहीं, सगों एक व्यापक गुण है। उसकी रचना विच भावां दी सुहिरदता ते रहस्यमयता होने के बावजूद उस विच मौलिक काव्य सोच का अभाव है। जिमें कि अगे असी उस द्वारा रची गई रचना दियां कुछ लाइनां पढ़ांगे। दिलड़ी हरमल अखियां बलबल, पैरी छल छल छाले, निर्मल दर्द अंदर दे दरमल, दितड़े रोग उछाले, जल जल दे हथ मल मल फूकां, जख्म पुन्ने सु निज जाले। दूसरी रचना साडे कोले, धीमी रख धीमी धीमी टोर, मैंडा दस्ता दस्त कफूर दा, मता वगी लगाम टकोर, रब ते बहंदी झगड़ न सहंदी, हिम तबा कमजोर। अगली रचना साडे कोले, पूरब ललावे ते पतालों पानी आवे, पिंगा वन्नड़े वन्नड़ी दियां मछले पीले गूढ़े सावें, बदले दर्द तू रोवण बिजली, अख मारे मुस्कावे, रोही रंग रंगीली चक पख,
ਹਮੇਲਾ ਪਾਵੇ। ਬੂਟੇ ਬੂਟੇ ਘੁੰਡ ਸੁਹਾਗੋ ਗੀਤ ਪਿਰਮਦੇ ਗਾਵੇ। ਕੇਸਰ ਭਿੰਨੜੀ ਚੋਲੀ ਚੁੰਨੜੀ ਵਲ ਵਲ ਮੀਂਹ ਧੋ ਜਾਵੇ। ਪੂਰਬ ਮਾੜ ਦੱਖਣ ਦੇ ਬਾਦਲ ਕੋਈ ਆਵੇ ਕੋਈ ਜਾਵੇ। ਸਪਸ਼ਟ ਹੈ ਕਿ ਗੁਲਾਮ ਫਰੀਦ ਦੀ ਰਚਨਾ ਵਿੱਚ ਕੁਦਰਤ ਵਰਣਨ ਇੱਕ ਵੱਖਰੀ ਪ੍ਰਕਾਰ ਦਾ ਲੱਛਣ ਹੈ, ਜਿਹੜਾ ਸੂਫੀ ਕਾਵਿ ਵਿੱਚ ਰਹੱਸਵਾਦੀ ਭਾਵ ਨੂੰ ਪ੍ਰਗਟਾਉਣ ਲਈ ਨਹੀਂ ਵਰਤਿਆ ਗਿਆ, ਸਗੋਂ ਭਾਵ ਪਿਛੋਕੜ ਦਾ ਹੀ ਕੰਮ ਕਰਦਾ ਹੈ। ਉਸ ਦੀ ਰਚਨਾ ਦਾ ਇਹ ਮੌਲਿਕ ਲੱਛਣ ਇਸ ਗੱਲ ਦਾ ਪ੍ਰਮਾਣ ਹੈ ਕਿ ਉਸ ਦੀ ਕਵਿਤਾ ਨਵੀਆਂ ਦਿਸ਼ਾਵਾਂ ਦੀ ਭਾਲ ਦੀ ਤਾਂਘ ਤਾਂ ਕਰਦੀ ਹੀ ਹੈ, ਪਰ ਕਾਵਿ ਪਰੰਪਰਾ ਦੇ ਘੇਰੇ ਵਿੱਚ ਦਮ ਤੋੜ ਦਿੰਦੀ ਹੈ। ਉਸਨੇ ਹਮਾਉਸਤ ਦੇ ਸਿਧਾਂਤ ਨੂੰ ਪ੍ਰਭਾਵਸ਼ਾਲੀ ਸ਼ਬਦਾਂ ਦੁਆਰਾ ਪ੍ਰਗਟਾਇਆ ਹੈ। ਕਿਤ ਬੁਲਬੁਲ ਕਿਤ ਗੁਲ ਦੀ ਸੂਰਤ, ਬਰਗ ਕਿਥਾਂ ਕਿਤ ਖਾਰ, ਯਾਰ ਮਹੰਜੋ ਕਿਸ ਸੁਰਖੀ ਕਿਤ ਨਾਜ ਨਜ਼ਾਕਤ, ਕਿਤ ਕਜ਼ਲਾ ਕਿਤ ਯਾਰ ਯਾਰ ਮਹੰਜੋ, ਯਾਰ ਫਰੀਦ ਨਹੀਂ ਵਿੱਚ ਪਰਦੇ, ਖੁਦਾ ਪਰਦਾ ਹੈ ਯਾਰ ਯਾਰ ਮਹੰਜੋ। ਖਵਾਜਾ ਗੁਲਾਮ ਫਰੀਦ ਨੇ ਪੰਜਾਬੀ ਸੂਫੀ ਕਾਵਿ ਇਤਿਹਾਸ ਵਿੱਚ ਸਭ ਤੋਂ ਵੱਧ ਰਚਨਾ ਕੀਤੀ। ਖਵਾਜਾ ਗੁਲਾਮ ਫਰੀਦ ਨੇ ਸੂਫੀ ਕਾਵਿ ਦੇ ਇਤਿਹਾਸ ਦੇ ਵਿੱਚ ਸਭ ਤੋਂ ਵੱਧ ਨੇ ਜੋ ਆਪਣੀ ਕਵਿਤਾਵਾਂ ਦੀ ਰਚਨਾ ਕੀਤੀ। ਉਸਨੇ ਆਪਣੀਆਂ ਕਾਫੀਆਂ ਵਿੱਚ ਸਭ ਤੋਂ ਵਧੇਰੇ ਰੰਗ ਭਰੇ, ਉਸ ਤੋਂ ਸਭ ਤੋਂ ਵੱਧ ਬਹਿਰ ਵਰਤੇ ਅਤੇ ਬੇਅੰਤ ਅਲੰਕਾਰਾਂ, ਬਿੰਬਾਂ, ਪ੍ਰਤੀਕਾਂ, ਚਿੰਨ੍ਹਾਂ ਤੇ ਰੂਪਕਾਂ ਦੀ ਵਰਤੋਂ ਕੀਤੀ। ਬਾਬਾ ਫਰੀਦ ਪੰਜਾਬੀ ਦਾ ਪ੍ਰਥਮ ਸੂਫੀ ਕਵੀ ਹੈ। ਬਾਬਾ ਫਰੀਦ ਕੀ ਨੇ? ਪ੍ਰਥਮ ਸੂਫੀ ਕਵੀ ਨੇ ਬਾਬਾ ਫਰੀਦ ਜੀ, ਤੇ ਗੁਲਾਮ ਫਰੀਦ ਅੰਤਿਮ। ਇਹ ਚੀਜ਼ ਆਪਾਂ ਯਾਦ ਰੱਖਣੀ ਆ ਕਿ ਬਾਬਾ ਜੋ ਫਰੀਦ ਜੀ ਨੇ ਉਹ ਸੂਫੀ ਕਾਵਿ ਦੇ ਵਿੱਚ ਪਹਿਲੇ ਕਵੀ ਹੋਏ ਨੇ, ਤੇ ਖਵਾਜਾ ਗੁਲਾਮ ਫਰੀਦ ਜੀ ਇਹ ਆਖਰੀ ਕਵੀ ਹੋਏ ਨੇ। ਸਗੋਂ ਇਸ ਨੂੰ ਫਾਰਸੀ ਸੂਫੀ ਵਿਚਾਰਧਾਰਾ ਦੇ ਪੱਧਰ ਤੇ ਲਿਆ ਖੜੀ ਕੀਤਾ। ਇਹਨਾਂ ਦੋਹਾਂ ਮਹਾਨ ਕਵੀਆਂ ਨੇ ਪੰਜਾਬੀ ਸੂਫੀ ਕਾਵਿਧਾਰਾ ਨੂੰ ਨਾ ਕੇਵਲ ਲੋਕਪ੍ਰਿਯ ਤੇ ਅਮਰ ਕੀਤਾ, ਸਗੋਂ ਇਸ ਨੂੰ ਫਾਰਸੀ ਸੂਫੀ ਵਿਚਾਰਧਾਰਾ ਦੇ ਪੱਧਰ ਤੇ ਲਿਆ ਕੇ ਖੜਾ ਕੀਤਾ। ਇਹਨਾਂ ਦੋਹਾਂ ਸੂਫੀ ਕਵੀਆਂ ਦੀ ਦੇਣ ਇਹਨਾਂ ਦੇ ਵਿਅਕਤਿਤਵ ਵਾਂਗ ਮਹਾਨ ਹੈ। ਇਹਨਾਂ ਦੋਨਾਂ ਕਵੀਆਂ ਦੀ ਜੋ ਦੇਣ ਹੈ ਉਹ ਜੋ ਹੈ ਬਹੁਤ ਹੀ ਜ਼ਿਆਦਾ ਮਹਾਨ ਹੈ ਤੇ ਯਾਦ ਰੱਖਣ ਯੋਗ ਹੈ। ਕੁਝ ਜ਼ਰੂਰੀ ਗੱਲਾਂ ਜੋ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਖਵਾਜਾ ਗੁਲਾਮ ਫਰੀਦ ਜੀ ਦੇ ਜੀਵਨ ਰਚਨਾ ਦੇ ਕਾਵਿ ਕਲਾ ਦੇ ਵਿੱਚ ਜੋ ਜ਼ਰੂਰੀ ਗੱਲਾਂ ਨੇ ਇਹ ਯਾਦ ਰੱਖਣੀਆਂ ਬਹੁਤ ਜ਼ਰੂਰੀ ਨੇ। ਉਹਨਾਂ ਦਾ ਉਹ ਕਿਹੜੀ ਸਦੀ ਦੇ ਕਵੀ ਹੋਏ ਨੇ? ਉਹ 19ਵੀਂ ਸਦੀ ਦੇ ਮਸ਼ਹੂਰ ਕਵੀ ਹੋਏ ਨੇ, ਤੇ ਉਹਨਾਂ ਦਾ ਜਨਮ 1841 ਈਸਵੀ ਨੂੰ ਹੋਇਆ, ਪਿੰਡ ਚਾਚੜਾ ਸ਼ਰੀਫਾਂ, ਰਿਆਸਤ ਬਹਾਵਲਪੁਰ ਵਿੱਚ ਹੋਇਆ, ਤੇ ਉਹਨਾਂ ਦੇ ਪਿਤਾ ਦਾ ਨਾਮ ਮੌਲਾਨਾ ਖੁਦਾ ਬਖਸ਼ ਹੋਏ ਸੀ, ਤੇ ਉਹਨਾਂ ਦਾ ਪਹਿਲਾ ਨਾਮ ਖੁਰਸ਼ੀਦ ਆਲਮ ਸੀ। ਉਹ ਅਰਬੀ, ਫਾਰਸੀ, ਉਰਦੂ, ਹਿੰਦੀ ਤੇ ਮਾਲਵਾੜੀ ਦੇ ਵਿਦਵਾਨ ਸੀ, ਤੇ ਉਹਨਾਂ ਨੇ 272 ਕਾਫੀਆਂ ਲਿਖੀਆਂ, ਤੇ 1901 ਦੇ ਵਿੱਚ ਉਹਨਾਂ ਦੀ ਮੌਤ ਹੋ ਗਈ ਸੀ। ਤੇ ਉਹਨਾਂ ਦੀ ਜੋ ਦੇਣ ਹੈ ਉਹ ਸੂਫੀ ਕਾਵਿ ਦੇ ਵਿੱਚ, ਠੀਕ ਹੈ, ਇਸ ਵਿੱਚ ਬਹੁਤ ਹੀ ਜ਼ਿਆਦਾ ਹੈ ਤੇ ਯਾਦ ਰੱਖਣ ਯੋਗ ਹੈ।